वंदन कवार सर्व कला समरथ डोलन दे राखो प्रभु नानक दे कर हथ। हे प्राणनाथ गोविंद कृपा निधान जगत गुरु। हे प्राणनाथ गोविंद कृपा निधान जगत गुरु। आए प्रभु शरणागति कृपा निध दयाल। एक अखर हर मन वस्त नानक होत निहाल। सतनाम श्री वाहिगुरु साहिब जी महला दूजा। नाल आने दोस्ती वडारू स्यो नेहो। पानी अंदर लीग ज्यों तेदा थाओ न थियो। महला दूजा होए आना करे काम आन न सकै रास। जे एक आद चंगी करे दूजी भीवे राज पौड़ी। चाकर लगे चाकरी जे चलै खसमै पाए। हुरमत तिसनु अगली ओ वजो पिदुना खाए। खसमै करे बराबरी फिर गैरत अंदर पाए। वजो गवाए अगला मोहे मोह पाना खाए। जेदा दिता खावना तिस गई ऐसा वास। नानक हुक्म न चलई नाल खसम चलै अरदास। नानक हुक्म न चलई नाल खसम चलै अरदास। वाहिगुरु जी का खालसा वाहिगुरु जी की फतेह। गुरु रूप साध संगत जीओ गुरबाणी की जो लड़ीवार कथा आप श्रवण करते हो ते दे तहत आसा की वार की 22ਵੀਂ पौड़ी दे नाल जो 5 श्लोक आए हैं। ये 5 श्लोक गुरु अंगद देव महाराज जी के उच्चारण किए हुए हैं। इन्हां विचों 3 श्लोकां की कथा आप जी ने कल श्रवण की है। 2 श्लोक अते पौड़ी का शब्द इस समय आप जी ने श्रवण किया है। इन्हां पावन अमृत वचनां दे विच गुरु महाराज जी सानू की उपदेश कर रहे हैं। साहिब सच्चे पातशाह जी इन्हां पावन अमृत वचनां दे विच एक तां सेवक की परिभाषा दसी। सेवक किसनूं कहंदे हन? जो मालक की बराबरी करे मालक दे अगे जवाब देवे उन्होंने सेवक नहीं आखिया गया। ते दूसरा पातशाह जी फरमान करते ने कि जिवें किसी वस्तु दे विच आपां वस्तु दूजी रखनी होवे तां उस थां नूं पहलां साफ किया जाता है। दूजी वस्तु तां ही पवे जे पहलां वाली नूं उत्थों हटाया जावे। ते पातशाह जी फरमान करते ने आपां संसार की कोई भी कार विहार करते हाँ नियाणे बंदे बच्चे दे नाल दोस्ती करके मनुख कदे भी अगे नहीं बढ़ सकता। क्योंकि जिहड़ा न्याणा है बच्चा है उसकी समझ कोई बहुती वड्डी नहीं। वो खेडां दे विच खाण पीण दे विच खेलण दे नाल उधर ही परचिया रहिंदा है। इस करके साहिब सच्चे पातशाह
ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਜਿਨ੍ਹਾਂ ਦੇ 2 ਸ਼ਲੋਕ ਅਤੇ ਪੌੜੀ ਵਾਲਾ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪਾਤਸ਼ਾਹ ਜੋ ਬਚਨ ਉਪਦੇਸ਼ ਕਰ ਰਹੇ ਨੇ, ਆਓ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਸਹਿਬ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ, ਮਹੱਲਾ ਦੂਜਾ। ਨਾਲ ਇਆਣੇ ਦੋਸਤੀ ਵਡਾਰੂ ਸਿਉਨੇ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਜਿਵੇਂ ਨਿਆਣੇ ਦੇ ਨਾਲ, ਬੱਚੇ ਦੇ ਨਾਲ ਦੋਸਤੀ ਕਰਕੇ ਉਹਦੇ ਵਿੱਚੋਂ ਸਾਨੂੰ ਯਥਾਰਥ ਲਾਭ ਨਹੀਂ ਮਿਲਦਾ। ਇੱਕ ਨਿਆਣੇ ਦੇ ਨਾਲ ਔਰ ਇੱਕ ਆਪਣੇ ਤੋਂ, ਆਪਣੀ ਹੈਸੀਅਤ ਤੋਂ ਬੰਦਾ ਬਹੁਤ ਵੱਡਾ ਹੋਵੇ, ਨਾਲ ਇਆਣੇ ਦੋਸਤੀ ਵਡਾਰੂ ਸਿਉਨਿਓ। ਵਡਾਰੂ ਦਾ ਅਰਥ ਹੈ ਵੱਡਾ, ਜਿਹੜਾ ਸਾਡੇ ਤੋਂ ਬਹੁਤ ਅੱਗੇ ਹੈ। ਉਹਦੇ ਨਾਲ ਆਪਾਂ ਜੇ ਪਿਆਰ ਪਾਵਾਂਗੇ, ਪ੍ਰੀਤ ਪਾਵਾਂਗੇ, ਉਹ ਸਾਡੀ ਪ੍ਰੀਤ ਦੀ ਕਦਰ ਨਹੀਂ ਕਰੇਗਾ। ਇਸ ਕਰਕੇ ਸਾਹਿਬ ਸੱਚੇ ਪਾਤਸ਼ਾਹ ਜੀ ਫੱਗੇ ਦਾ ਪ੍ਰਮਾਣ ਦਿੰਦੇ ਨੇ, ਪਾਣੀ ਅੰਦਰ ਲੀਜੋ ਤੇਦਾ ਤਾਉ ਨਾ ਥਿਓ। ਜਿਵੇਂ ਪਾਣੀ ਦੇ ਵਿੱਚ ਲੀਕ ਖਿੱਚੋ, ਉਹਦਾ ਕੋਈ ਨਾਮੋ ਨਿਸ਼ਾਨ ਨਹੀਂ ਰਹਿੰਦਾ ਹੈ, ਉਹ ਨਾਲ ਦੀ ਨਾਲ ਹੀ ਮਿਟ ਜਾਂਦਾ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜੇ ਆਪਾਂ ਕਿਸੇ ਵੀ ਪੱਖ ਤੋਂ ਤਰੱਕੀ ਕਰਨੀ ਹੈ, ਅੱਗੇ ਵਧਣਾ ਹੈ, ਤਾਂ ਇੱਕ ਤਾਂ ਜਿਹੜਾ ਸਾਡਾ ਮਨ ਚੰਚਲ ਹੈ, ਇਹਦੇ ਨਾਲ ਦੋਸਤੀ ਨਾ ਕਰੀਏ। ਇੱਥੇ ਇਆਣੇ ਦਾ ਭਾਵ ਬਾਲਕ, ਇਹ ਸਾਡਾ ਮਨ ਬੱਚੇ ਦੀ ਤਰ੍ਹਾਂ ਹੈ। ਜਿਵੇਂ ਬੱਚਾ ਚੰਚਲ ਹੁੰਦਾ ਹੈ, ਉਹਨੂੰ ਆਪਣੇ ਨਫੇ ਨੁਕਸਾਨ ਦਾ ਪਤਾ ਨਹੀਂ ਹੁੰਦਾ, ਇਸੇ ਤਰ੍ਹਾਂ ਮਨ ਨੂੰ ਵੀ ਪਤਾ ਨਹੀਂ ਹੈ ਵੀ ਮੇਰਾ ਨਫਾ ਨੁਕਸਾਨ ਕੀ ਹੈ। ਗੁਰਬਾਣੀ ਵਿੱਚ ਮਹਾਰਾਜ ਪ੍ਰਮਾਣ ਦਿੰਦੇ ਨੇ, ਅਲਪ ਮਤ ਬਾਰਕ ਬਪਲੇ ਕੀ ਸਰਬ ਅਗਨ ਕਰ ਮੇਲੇ। ਬੱਚੇ ਦੀ ਮੱਤ ਛੋਟੀ ਹੈ, ਬਿਲਕੁਲ ਬੇਸਮਝ ਹੈ, ਉਹ ਸੱਪ ਨੂੰ ਵੀ ਪਕੜਨਾ ਚਾਹੁੰਦਾ ਹੈ, ਅੱਗ ਵਿੱਚ ਹੱਥ ਪਾਉਣਾ ਚਾਹੁੰਦਾ ਹੈ। ਗੁਰਬਾਣੀ ਵਿੱਚ ਮਹਾਰਾਜ ਨੇ ਪ੍ਰਮਾਣ ਦਿੱਤਾ ਹੈ, ਅਲਪ ਮਤ ਬਾਲਕ ਬਪਰੇ ਕੀ ਸਰਪ ਅਗਨ ਕਰ ਮੇਲੇ। ਮੇਲ ਕਰਨਾ ਚਾਹੁੰਦਾ ਹੈ, ਉਹਦੇ ਨਾਲ ਸੱਪ ਨੂੰ ਪਕੜਨਾ ਚਾਹੁੰਦਾ ਹੈ, ਅੱਗ ਵਿੱਚ ਹੱਥ ਪਾਉਣਾ ਚਾਹੁੰਦਾ। ਉਹਨੂੰ ਨਹੀਂ ਸਮਝ ਵੀ ਮੇਰਾ ਹੱਥ ਸੜ ਜਾਏਗਾ ਜਾਂ ਸੱਪ ਡੰਗ ਮਾਰ ਦੇਵੇਗਾ। ਇਸੇ ਤਰ੍ਹਾਂ ਸਾਡੇ ਮਨ ਨੂੰ ਵੀ ਸਮਝ ਨਹੀਂ ਹੈ। ਇਹ ਮਨ ਜਿਹੜਾ ਹੈ, ਮਾਇਆ ਦੇ ਮੋਹ ਰੂਪੀ ਸੱਪ ਦੇ ਪਿੱਛੇ ਵੱਜਿਆ ਪੈਂਦਾ ਹੈ। ਮਾਇਆ ਰੂਪੀ ਸੱਪ ਨੂੰ ਪਕੜਨਾ ਚਾਹੁੰਦਾ ਹੈ ਔਰ ਤ੍ਰਿਸ਼ਨਾ ਦੀ ਅੱਗ ਵਾਲੇ ਪਾਸੇ ਦੌੜਦਾ ਹੈ, ਫਿਰ ਦੁਖੀ ਹੁੰਦਾ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਇਹ ਜਿਹੜਾ ਮਨ ਐਸਾ ਹੈ, ਇਹਦੇ ਨਾਲ ਦੋਸਤੀ ਕੀਤੀ ਦਾ ਲਾਭ ਨਹੀਂ ਹੋਵੇਗਾ। ਜਿਵੇਂ ਪਾਣੀ ਦੀ ਲੀਕ ਮਿਟ ਜਾਂਦੀ ਹੈ, ਇਹ ਮਨ ਨਾਲ ਤੁਸੀਂ ਕਿੰਨੀ ਵੀ ਦੋਸਤੀ ਕਰੋ, ਜਦੋਂ ਲੇਖਾ ਦੇਣਾ ਪਿਆ, ਇਹ ਮਨ ਦੀ ਦੋਸਤੀ ਪਾਣੀ ਦੀ ਲੀਕ ਵਾਂਗ ਮਿਟ ਜਾਣੀ, ਇਹਨੇ ਸਾਈਡ 'ਤੇ ਹੋ ਜਾਣਾ, ਇਹਨੇ ਕਹਿਣਾ ਲੇਖਾ ਤੁਸੀਂ ਦੇਵੋ। ਹੁਣ ਵੇਖੋ, ਮਨ ਦੇ ਪਿੱਛੇ ਲੱਗ ਕੇ ਮਨੁੱਖ ਨੇ ਕੋਈ ਪਾਪ ਕਰਤਾ, ਕੋਈ ਗੁਨਾਹ ਕਰ ਦਿੱਤਾ, ਸਜ਼ਾ ਕਿਹਨੂੰ ਮਿਲੀ? ਤਨ ਨੂੰ ਮਿਲੀ। ਤਨ ਨੂੰ ਚੁੱਕ ਕੇ ਜੇਲ੍ਹ ਵਿੱਚ ਬੰਦ ਕਰ ਦਿੰਦੇ ਨੇ, ਭੁੱਖਾ ਰੱਖਦੇ ਨੇ, ਪਿਆਸਾ ਰੱਖਦੇ ਨੇ, ਅਤੇ ਉਸ ਸਮੇਂ ਫਿਰ ਜੀਵ ਪਛਤਾਉਂਦਾ ਵੀ ਮਨ ਦੇ ਪਿੱਛੇ ਲੱਗ ਕੇ ਮੈਂ ਕਿਉਂ ਇਹ ਕੰਮ ਕਰ ਲਿਆ, ਸਜ਼ਾ ਮਿਲੀ। ਅਤੇ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਇਸੇ ਤਰ੍ਹਾਂ ਜੋ ਸਾਡੇ ਤੋਂ ਵੱਡਾ ਹੈ, ਜਿਵੇਂ ਨਗਰ ਸ਼ਹਿਰ ਵਿੱਚ ਕੋਈ ਆਪਣੇ ਤੋਂ ਵੱਡਾ ਧਨ ਵਿੱਚ ਹੋਵੇ, ਆਪਾਂ ਉਹਦੇ ਨਾਲ ਦੋਸਤੀ ਕਰੀਏ, ਉਹ ਸਾਡੀ ਦੋਸਤੀ ਦੀ ਕਦਰ ਨਹੀਂ ਕਰੇਗਾ।
ਦੋਸਤੀ ਦੀ ਕਦਰ ਕੌਣ ਕਰੇਗਾ? ਜਿੱਥੇ ਪਿਆਰ ਸਤਿਕਾਰ ਹੈ, ਹੋਰ ਨਹੀਂ ਕੋਈ ਕਰੇਗਾ। ਇੱਥੇ ਵੱਡੇ ਦਾ ਭਾਵ ਹੈ ਜੋ ਹੰਕਾਰ ਦੇ ਵਿੱਚ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜੇ ਤੁਸੀਂ ਹੰਕਾਰ ਦਾ ਸਾਥ ਦੇਵੋਗੇ ਤਾਂ ਇਹ ਹੰਕਾਰ ਵੀ ਸਾਡਾ ਸਾਥ ਨਹੀਂ ਦਿੰਦਾ, ਸਗੋਂ ਸਾਨੂੰ ਬੁਰੇ ਥਾਂ ਲਿਆ ਕੇ ਫਸਾ ਦਿੰਦਾ ਹੈ। ਹੰਕਾਰ ਵੀ ਮਨੁੱਖ ਦੇ ਅੰਤ ਦਾ ਕਾਰਨ ਬਣ ਜਾਂਦਾ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ, ਮਹੱਲਾ ਦੂਜਾ, ਹੋਏ ਆਣਾ ਕਰੇ ਕੰਮ ਆਣ ਨ ਸਕੈ ਰਾਸ। ਜਿਵੇਂ ਕੋਈ ਬਾਲਕ ਹੈ, ਬੱਚਾ ਛੋਟਾ ਜਿਹਾ, ਉਹ ਕੋਈ ਕੰਮ ਕਰੇ ਵੀ ਜਾਂ ਉਹਦੇ ਨਾਲ ਮਿਲ ਕੇ ਬੰਦਾ ਕੋਈ ਕੰਮ ਕਰੇ ਵੀ ਤੇ ਇੱਕ ਅੱਧਾ ਕੋਈ ਹੈ ਕੰਮ ਰਾਸ ਹੋ ਜਾਵੇ, ਪਰ ਨੁਕਸਾਨ ਦਾ ਜ਼ਿਆਦਾ ਖਤਰਾ ਹੈ। ਕਿਉਂਕਿ ਬੱਚੇ ਦੀ ਮੱਤ ਛੋਟੀ ਹੈ, ਉਹਨੇ ਉਸ ਹਿਸਾਬ ਨਾਲ ਸੋਚਣਾ ਹੈ, ਉਸ ਹਿਸਾਬ ਨਾਲ ਚੱਲਣਾ ਹੈ। ਤੇ ਮਹਾਰਾਜ ਕਹਿੰਦੇ, ਜੇ ਕਾਜ ਚੰਗੀ ਕਰੇ ਦੂਜੀ ਭੀ ਵੇਰਾ। ਜੇ ਇੱਕ ਅੱਧਾ ਕੰਮ ਚੰਗਾ ਕਰ ਵੀ ਲਵੇ, ਦੂਜੇ ਪਾਸੇ ਉਹ ਵਿਗਾੜ ਦਿੰਦਾ ਹੈ, ਖਰਾਬ ਕਰ ਦਿੰਦਾ ਹੈ। ਇਹੀ ਸਾਡੇ ਮਨ ਦਾ, ਇਹ ਮਨ ਦੇ ਨਾਲ ਮਿਲ ਕੇ ਜੇ ਆਪਾਂ ਕੋਈ ਇੱਕ ਦੀ ਸੇਵਾ ਕਰ ਲਈ, ਕੋਈ ਚੰਗਾ ਕਰਮ ਹੀ ਕਰ ਵੀ ਲਈਏ, ਦੂਜੇ ਪਾਸੇ ਵਿਗਾੜ ਦਿੰਦਾ ਵੀ ਹਾਂ ਤੂੰ ਸੇਵਾ ਕੀਤੀ ਹੈ। ਇਹਦੇ ਨਾਲ ਦੋਸਤੀ ਰੱਖਣੀ ਨਹੀਂ, ਦੋਸਤੀ ਰੱਖਣੀ ਹੈ ਗੁਰੂ ਦੇ ਸ਼ਬਦ ਨਾਲ, ਗੁਰੂ ਦੇ ਚਰਨਾਂ ਨਾਲ। ਕਿਉਂਕਿ ਇਹਦੇ ਨਾਲ ਰੱਖਾਂਗੇ, ਇਹ ਸਾਨੂੰ ਕਹੇਗਾ ਵੀ ਤੇਰੇ ਵਰਗਾ ਤਾਂ ਹੈ ਹੀ ਨਹੀਂ ਕੋਈ। ਸੇਵਾ ਕੀਤੀ ਜ਼ਰੂਰ, ਪਰ ਨਾਲ ਹੀ ਇਹਨੇ ਹੰਕਾਰ ਅੰਦਰ ਭਰ ਦਿੱਤਾ। ਤੋ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਇਹਨਾਂ ਪਾਵਨ ਅੰਮ੍ਰਿਤ ਬਚਨਾਂ ਦੇ ਵਿੱਚ ਫਰਮਾਨ ਕਰ ਰਹੇ ਨੇ, ਤੂੰ ਸੇਵਕ ਬਣ। ਪਰ ਸੇਵਕ ਕਿਸ ਤਰ੍ਹਾਂ ਦਾ ਬਣਨਾ ਹੈ? ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪੌੜੀ ਵਾਲੇ ਸ਼ਬਦ ਵਿੱਚ ਫਰਮਾਨ ਕਰ ਰਹੇ ਨੇ, ਪੌੜੀ ਚਾਕਰ ਲੱਗੈ ਚਾਕਰੀ, ਜੇ ਚੱਲੈ ਖਸਮੈ ਭਾਏ। ਕਿਹੜਾ ਚਾਕਰ, ਕਿਹੜਾ ਸੇਵਕ ਪ੍ਰਵਾਨ ਹੁੰਦਾ ਹੈ? ਜਿਹੜਾ ਮਾਲਕ ਦੀ ਮਰਜ਼ੀ ਦੇ ਅਨੁਸਾਰ ਚੱਲਦਾ ਹੈ। ਚਾਕਰ ਲੱਗੈ ਚਾਕਰੀ, ਜੇ ਚੱਲੈ ਖਸਮੈ ਭਾਏ। ਭਾਏ ਦਾ ਅਰਥ ਭਾ ਜਾਣਾ, ਖਸਮ ਦੀ ਮਰਜ਼ੀ, ਮਾਲਕ ਦੀ ਇੱਛਾ ਦੇ ਅਨੁਸਾਰ। ਉਹੀ ਚਾਕਰ ਨੂੰ ਲੱਗਾ ਹੋਇਆ ਜਾਣਨਾ ਕਰੋ, ਪ੍ਰਵਾਨ ਜਾਣੋ, ਜਿਹੜਾ ਮਾਲਕ ਨੂੰ ਭਾ ਗਿਆ ਹੈ। ਮਾਲਕ ਦੀ ਮਰਜ਼ੀ ਦੇ ਮੁਤਾਬਕ ਕੰਮ ਕਰੇ। ਦੁਨਿਆਵੀ ਤੌਰ 'ਤੇ ਜਿਵੇਂ ਆਪਾਂ ਘਰਾਂ ਦੇ ਵਿੱਚ ਨੌਕਰ ਰੱਖਦੇ ਹਾਂ, ਕਿਹੜਾ ਨੌਕਰ ਚੰਗਾ ਲੱਗਦਾ ਹੈ? ਜਿਹੜਾ ਨੌਕਰ ਮਾਲਕ ਦੀ ਮਰਜ਼ੀ ਦੇ ਅਨੁਸਾਰ ਕੰਮ ਕਰੇ, ਨਾ ਕਿ ਆਪਣੀ ਮਰਜ਼ੀ ਦੇ ਮੁਤਾਬਕ। ਇਸੇ ਤਰ੍ਹਾਂ ਗੁਰੂ ਨੂੰ ਕਿਹੜਾ ਸਿੱਖ ਚੰਗਾ ਲੱਗਦਾ ਹੈ? ਜਿਹੜਾ ਸਿੱਖ ਗੁਰੂ ਦੀ ਮਰਜ਼ੀ ਦੇ ਮੁਤਾਬਕ ਚੱਲੇ। ਇਹਦਾ ਭਾਵ ਆਪਾਂ ਇਹ ਸਮਝਣਾ ਹੈ, ਮਹਾਰਾਜ ਆਪਾਂ ਨੂੰ ਅਸਲ ਵਿੱਚ ਕਹਿਣਾ ਕੀ ਚਾਹੁੰਦੇ ਨੇ ਕਿ ਉਹੀ ਸਿੱਖ ਪ੍ਰਵਾਨ ਹੁੰਦਾ ਹੈ ਜਿਹੜਾ ਗੁਰੂ ਦੀ ਮਰਜ਼ੀ ਦੇ ਮੁਤਾਬਕ ਚੱਲਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਆਪ ਬਚਨ ਪੜ੍ਹਦੇ ਹੋ, ਸੁਣਦੇ ਹੋ। ਮਹਾਰਾਜ ਕਹਿੰਦੇ ਸਾਡੇ ਕੋਲ ਬਹੁਤ ਆਉਂਦੇ ਨੇ ਸੇਵਕ ਸਿੱਖ, ਜਿਹੜੇ ਕਹਿੰਦੇ ਨੇ ਅਸੀਂ ਗੁਰੂ ਦੇ ਸੇਵਕ ਹਾਂ, ਔਰ ਮੱਥਾ ਵੀ ਟੇਕਦੇ ਨੇ, ਚੜਾਵਾ ਵੀ ਚੜਾਉਂਦੇ ਨੇ, ਬਾਣੀ ਵੀ ਪੜ੍ਹਦੇ ਨੇ, ਪਰ ਮਹਾਰਾਜ ਕਹਿੰਦੇ ਉਹ ਪ੍ਰਵਾਨ ਨਹੀਂ ਹੁੰਦੇ। ਕਾਰਨ ਪੁੱਛਿਆ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੱਸਦੇ ਨੇ, ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਆਉਂਦੇ ਸਾਰੇ ਨੇ, ਮਹਾਰਾਜ ਕਹਿੰਦੇ ਬੜੇ ਆਉਂਦੇ ਨੇ, ਪੂਜਦੇ ਵੀ ਨੇ, ਮੱਥਾ ਵੀ ਟੇਕਦੇ ਨੇ, ਚੜਾਵਾ ਵੀ ਚੜਾਉਂਦੇ ਨੇ, ਬਾਣੀ ਵੀ ਪੜ੍ਹਦੇ ਨੇ,
पर प्रवान नहीं होए, कारण गुरु की आग्या नहीं मन्नी, गुरु का हुक्म नहीं मन्निया। जैसा गुरु ने हुक्म किया उस गल नूं ही धारण किया। सुखमनी साहिब जी दे विच महाराज पंचम पातशाह जी फरमान करते ने, सतगुर सिक्खी करे प्रतपाल, सेवक को गुर सदा दयाल, सिख की गुर दुरमत मल हिरै, गुर बचनी हर नाम उचरै, सतगुर सिक्खे बंधन काटै, गुर का सिख बेकार ते हटै, गुरु की आग्या मननी। गुरु ने कहा भी इन्हां कम्मां तो हट जा। आपां कहंदे आ महाराज इहदे बिना गुजारा नहीं हुंदा, फिर इस तरह चली जाता है, सारी उम्र ही बाणी भी पढ़ी जाता है, विकारां विच भी गलतान रहिंदा है, प्रवान नहीं हुंदा। फिर कहंदे भी इन्ना समा हो गया मैनू कुछ मिलिया नहीं गुरु वालों, वो आनंद नहीं मिलिया, वो अवस्था नहीं बनी। तो महाराज कारण दस देंदे ने, वेखो भी ये कारण है, सतगुरु तेरी प्रतिपालना भी करेगा, संभाल भी करेगा, सब कुछ करेगा सतगुरु, पर सतगुरु कहंदा भी तू विकारां वाले पासे तो हट, रोकना कर अपने आप नूं, वर्जना कर। तो इस तरह महाराज कहते जदों आपां गुरु की आग्या मन्नांगे फिर प्रवान हुंदा है। गुरु की आग्या तो सिख अजोका सिख बहुत दूर जा चुकिया है। ये बहुत वड्डी खेड है गुरु के हुक्म की, उस तो आपां बहुत दूर जा चुके हैं। ना साडे प्रबंध विच गुरु की आग्या रही, ना सेवा संभाल दे विच, ना साडियां संस्थावां कोल गुरु की आग्या रही। अपनी मर्जी के मुताबक चल पे, मर्जी के मुताबक जिवें किसी नूं आउंदा लोट उवें चली जाता है, गुरु की आग्या नहीं वेखदे। आपां वेखो गुरु महाराज जी का जिहड़ा हुक्म है ये कई रूप ने। गुरु महाराज ने कहा भी गरीब दा मूँह गुरु की गोलक है। आपां तां रज्जिआं नूं लंगर छकाई जाते हैं। रहतनामिਆਂ विच आउंदा है कि जिहड़ा सिख गरीब है ना, गरीब सिख ਉਹਦੀ पालना करनी है, तुसीं ਉਹਦੀ संभाल करनी है। ਆਪਾਂ कभी किसी रक्शे वाले ਨੂੰ कुछ लैके दिता है, गुरसिख होवे, अमृतधारी होवे, कोई गरीब अपने नेड़े तेड़े होवे, कदे ਉਹਦੀ मदद की नहीं। ਆਪਾਂ केवल बाणी पढ़न ਨੂੰ ही गुरु की आग्या समझ लिया भी बाणी पढ़न ही गुरु की आग्या है। देखो गुरु पातशाह जी की आग्या तन मन धन सब सौंप गुरु को, हुक्म मन्निया पाई है। गुरु की आग्या जदों आपां मन्नांगे फिर प्रवान हुंदा। बड़ी औखी गल है। आपां ते लंगर वरतांदियां भी अपना पक्ष पूर जाते हैं भी जिहड़ा बंदा मैनूं सत श्री अकाल बुलांदा उहनूं दो कड़छियां वध पा दईए, तो जिहड़ा कोई गरीब शगन आया उहनूं भावें दुरकार दईए, भुखा बैठा रहे, खाली चला जाए। तो गुरु ने तो कहा भी तू सारियां नूं जदों संगत बैठी सारियां नूं बराबर वरताना है। आपां तो उत्थे भी आग्या तो बाहर हो गए। बहुत बरीक खेड है गुरु की आग्या की। तो महाराज सच्चे पातशाह जी कहंदे चाकर उही प्रवान हुंदा जिहड़ा गुरु की आग्या विच आ जावे। धन गुरु गोबिंद सिंह महाराज जी ने मसंद साड़े सी, आप संगतां नूं पता होवेगा इतिहास का। वो जाके लुट्टण बड़ा लग पे सी, धक्के नाल लोकां दे घरों उगराइयां इकट्ठियां कर लैणियां। ते एक बारी भंड आए आनंदपुर साहब, उन्होंने उत्थे नकल करके विखाई, क्योंकि वो भंड जिहड़े ने ना ये भी साडे समाज का एक हिस्सा है भी ये जो समाज विच वेखदे ने ना उही कुछ आके वो नाटक बना के उन्होंने प्रदर्शन करते हैं। वो उन्होंने आके जदों दिखाया कि किवें जिहड़े मसंद ने ये जाके सिखां नूं तंग करते हैं,
ਤੇ ਇਕੱਠਾ ਕਰਕੇ ਆਪਣੇ ਘਰਾਂ ਵਿੱਚ ਰੱਖ ਲੈਂਦੇ ਨੇ। ਫਿਰ ਗੁਰੂ ਮਹਾਰਾਜ ਜੀ ਨੇ ਉਹ ਪੜਚੋਲ ਕੀਤੀ ਸਾਰੀ ਚੰਗੀ ਤਰ੍ਹਾਂ। ਫਿਰ ਉਹਨਾਂ ਮਸੰਦਾਂ ਨੂੰ ਸਜ਼ਾਵਾਂ ਦਿੱਤੀਆਂ ਸੀ। ਆਪ ਜੀ ਨੇ ਸਰਵਣ ਕੀਤਾ ਕਿ ਭਾਈ ਫੇਰੂ ਜੀ ਹੋਏ ਨੇ, ਉਹਨਾਂ ਦੀ ਸੱਚੀ ਦਾੜੀ ਦਾ ਖਿਤਾਬ ਦਿੱਤਾ। ਉਹ ਕੀ ਕਰਦੇ ਸੀ? ਦਸਵੰਧ ਇਕੱਠਾ ਕਰਨਾ, ਜਿੰਨੀ ਵੀ ਮਾਇਆ ਆਉਣੀ, ਅਤੇ ਉਹਨਾਂ ਨੇ ਲੰਗਰ ਲਾਉਣਾ, ਦੁਖੀਆਂ ਦੀ, ਲੋੜਵੰਦਾਂ ਦੀ ਆਪਣੇ ਇਲਾਕੇ ਦੇ ਵਿੱਚ ਸੇਵਾ ਕਰਨੀ। ਕਦੇ ਉਹਨਾਂ ਨੇ ਆਨੰਦਪੁਰ ਸਾਹਿਬ ਮਾਲ ਭੇਜਿਆ ਹੀ ਨਹੀਂ, ਪੈਸਾ ਭੇਜਿਆ ਹੀ ਨਹੀਂ, ਸੇਵਾ ਭੇਜੀ ਨਹੀਂ। ਅਤੇ ਮਹਾਰਾਜ ਦੇ ਕੋਲ ਸਿੱਖਾਂ ਨੇ ਕਿਹਾ ਵੀ ਉਹ ਮਸੰਦ ਕਦੇ ਉਹਦੀ ਸੇਵਾ ਨਹੀਂ ਆਈ। ਮਹਾਰਾਜ ਕਹਿੰਦੇ ਜਾਓ, ਉਹਦੀ ਦਾੜੀ ਤੋਂ ਪਕੜ ਕੇ ਉਹਦੀਆਂ ਮੁਸ਼ਕਾਂ ਬੰਨ੍ਹ ਕੇ ਲਿਆਓ। ਜਦੋਂ ਸਿੱਖ ਗਏ ਉਸ ਇਲਾਕੇ ਵਿੱਚ, ਉਹਦੀ ਪੜਚੋਲ ਕੀਤੀ। ਕਹਿੰਦੇ ਵੀ ਇਹ ਤਾਂ ਬਹੁਤ ਕਰਨੀ ਵਾਲੇ ਗੁਰਸਿੱਖ ਨੇ, ਬੜੀ ਸੇਵਾ ਕਰਦੇ ਨੇ। ਤਾਂ ਉਹ ਭਾਈ ਫੇਰੂ ਨੂੰ ਜਾ ਕੇ ਸਿੱਖਾਂ ਨੇ ਕਿਹਾ ਵੀ ਤੇਰੇ ਬਾਰੇ ਗੁਰੂ ਪਾਤਸ਼ਾਹ ਦਾ ਇਹ ਹੁਕਮ ਹੈ, ਪਰ ਸੰਗਤ ਤੋਂ ਅਸੀਂ ਪਤਾ ਕੀਤਾ, ਸੰਗਤ ਨੇ ਤੁਹਾਡੀ ਹਾਮੀ ਭਰੀ ਹੈ, ਅਸੀਂ ਤੁਹਾਡੇ ਨਾਲ ਉਸ ਤਰ੍ਹਾਂ ਨਹੀਂ ਕਰ ਸਕਦੇ। ਪਰ ਭਾਈ ਫੇਰੂ ਕਹਿੰਦੇ ਨਹੀਂ, ਜੋ ਗੁਰੂ ਦਾ ਹੁਕਮ ਹੈ ਉਹ ਮੰਨਣਾ ਚਾਹੀਦਾ ਹੈ। ਅਤੇ ਆਪ ਆਪਣੀ ਦਾੜੀ ਪਕੜ ਕੇ ਆ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਔਰ ਭਾਈ ਫੇਰੂ 'ਤੇ ਬਖਸ਼ਿਸ਼ ਕੀਤੀ ਔਰ ਕਿਹਾ ਭਾਈ ਫੇਰੂ ਤੇਰੀ ਦਾੜੀ ਸੱਚੀ ਹੈ। ਮਹਾਰਾਜ ਕਹਿੰਦੇ ਚਾਕਰ ਲੱਗੈ ਚਾਕਰੀ, ਜੇ ਚੱਲੈ ਖਸਮੈ ਭਾਏ, ਖਸਮ ਦੀ ਮਰਜ਼ੀ ਕੀ ਹੈ। ਆਪਾਂ ਇਹ ਵੇਖੀਏ ਗੁਰੂ ਦੀ ਮਰਜ਼ੀ ਕੀ ਹੈ। ਅੱਜ ਦੂਜੇ ਧਰਮਾਂ ਦੇ ਲੋਕ ਸਾਡੇ ਵਾਲੇ ਅਸੂਲਾਂ ਨੂੰ ਧਾਰਨ ਕਰਕੇ ਸਾਡੇ ਤੋਂ ਅੱਗੇ ਹੀ ਚਲੇ ਗਏ ਨੇ। ਅਸੀਂ ਪਿੱਛੇ ਹੋ ਗਏ, ਅਸੀਂ ਧਨ ਇਕੱਠਾ ਸ਼ੁਰੂ ਕਰਤਾ। ਨਾ ਸਾਡੇ ਕੋਲ ਵਧੀਆ ਸਕੂਲ ਨੇ ਆਪਣੇ ਗੁਰਸਿੱਖੀ ਦੇ, ਨਾ ਕੋਈ ਕਾਲਜ ਵਧੀਆ, ਨਾ ਕੋਈ ਹੌਸਪੀਟਲ ਨੇ। ਜੇ ਆਪਾਂ ਆਪਣੀ ਕੌਮ ਨੂੰ ਅੱਗੇ ਲੈ ਕੇ ਜਾਣਾ ਹੈ, ਸਭ ਤੋਂ ਵੱਡੀ ਚੀਜ਼ ਹੈ ਵਿੱਦਿਆ। ਵਿੱਦਿਆ ਬਹੁਤ ਲਾਜ਼ਮੀ ਹੈ। ਸਾਡੇ ਬੱਚੇ ਗੁਰਸਿੱਖੀ ਜਿਹੜੇ ਸਿੱਖਾਂ ਦੇ ਨੇ, ਸਿੱਖਾਂ ਦੇ ਵਧੀਆ ਕਾਲਜ ਹੋਣ, ਵਧੀਆ ਹਸਪੀਟਲ ਹੋਣ, ਭਾਵੇਂ ਕੋਈ ਸੰਸਥਾ ਵੱਲੋਂ ਹੋਰ ਹੀ ਸੇਵਾ, ਪਰ ਜਿੰਨੇ ਵੱਡੇ ਪੱਧਰ 'ਤੇ ਹੋਣੀ ਚਾਹੀਦੀ ਓਨੇ ਵੱਡੇ ਪੱਧਰ 'ਤੇ ਨਹੀਂ ਹੈ। ਸਾਡੇ ਆਪਾਂ ਵੇਖੀਏ ਜੇ ਕਮ ਸੇ ਕਮ ਜਿਹੜੇ ਸਾਡੇ ਸਿੱਖਾਂ ਦੇ ਬੱਚੇ ਨੇ ਉਹ ਹੀ ਪੜ੍ਹ ਜਾਣ ਨਾ, ਆਪਾਂ ਹੋਰਾਂ ਨੂੰ ਤਾਂ ਕੀ ਸਿੱਖ ਬਣਾਉਣਾ ਹੈ। ਇਹਦੇ ਵਿੱਚ ਹੀ ਕੌਮ ਦੀ ਬੜੀ ਤਰੱਕੀ ਹੋ ਜਾਵੇਗੀ। ਇੱਕ ਵਿੱਦਿਆ ਬਹੁਤ ਲਾਜ਼ਮੀ, ਦੂਜਾ ਸਰੀਰ ਦਾ, ਕਾਇਆ ਦਾ ਠੀਕ ਹੋਣਾ। ਆਪਾਂ ਇਤਿਹਾਸ ਪੜ੍ਹਦੇ ਸੁਣਦੇ ਹਾਂ, ਉਹਦੇ ਤੋਂ ਸਿੱਖਿਆ ਘੱਟ ਲੈਂਦੇ ਹਾਂ। 7ਵੇਂ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਉਸ ਸਮੇਂ ਵਿੱਚ ਬੜਾ ਵੱਡਾ ਹੌਸਪੀਟਲ ਖੋਲ੍ਹਿਆ ਹੋਇਆ ਸੀ। ਆਪਾਂ ਹੌਸਪੀਟਲ ਕਹਿ ਦਿੰਦੇ ਅੱਜ ਕੱਲ੍ਹ, ਉਸ ਸਮੇਂ ਕਹਿੰਦੇ ਦਵਾਖਾਨਾ। ਅਤੇ ਤੁਸੀਂ ਸੁਣਿਆ ਹੋਵੇਗਾ ਜਦੋਂ ਕਿ ਔਰੰਗਜ਼ੇਬ ਦਾ ਜਿਹੜਾ ਇੱਕ ਪੁੱਤਰ ਸੀ, ਉਹਨੂੰ ਸ਼ੇਰ ਦੀ ਮੁੱਛ ਦੇ ਵਾਲ ਖਵਾ ਦਿੱਤੇ ਸੀ। ਅਤੇ ਉਹ ਹਕੀਮਾਂ ਨੇ ਕਿਹਾ ਵੀ ਇੰਨੇ ਤੋਲੇ ਦੀ ਹਰੜ ਚਾਹੀਦੀ ਹੈ, ਮੋਤੀ ਚਾਹੀਦਾ ਹੈ, ਇਹ ਚੀਜ਼ਾਂ ਚਾਹੀਦੀਆਂ ਨੇ। ਪਰ ਉਹ ਹਿੰਦੁਸਤਾਨ ਵਿੱਚ ਕਹਿੰਦੇ ਕਿੱਥੋਂ ਮਿਲ ਸਕਦੀਆਂ? ਕਹਿੰਦੇ ਇਸ ਸਮੇਂ ਉਹ ਮਿਲ ਸਕਦੀਆਂ ਨੇ ਕੀਰਤਪੁਰ ਸਾਹਿਬ ਤੋਂ। ਗੁਰੂ ਘਰ ਦੇ ਵਿਰੋਧੀਆਂ ਕੀ ਗੁਰੂ ਪਾਤਸ਼ਾਹ ਸਾਨੂੰ ਦੇਣਗੇ? ਕਹਿੰਦੇ ਬੰਦੇ ਭੇਜਣੇ ਚਾਹੀਦੇ ਨੇ, ਭੇਜੇ। ਔਰ ਮਹਾਰਾਜ ਜੀ ਨੇ ਉਹ ਚੀਜ਼ਾਂ ਦਿੱਤੀਆਂ। ਭਾਵ ਇੰਨਾ ਵੱਡੇ ਪੱਧਰ 'ਤੇ ਉਸ ਸਮੇਂ ਮਹਾਰਾਜ ਨੇ ਪ੍ਰਬੰਧ ਕੀਤਾ ਹੋਇਆ ਸੀ ਦਵਾਈ ਦਾ ਕਿ ਜਿਹੜੀ ਬਾਦਸ਼ਾਹ ਦੇ ਕੋਲ ਵੀ ਨਹੀਂ, ਉਹ ਗੁਰੂ ਘਰ 'ਚੋਂ ਮਿਲ ਰਹੀ ਹੈ। ਇਸ ਪਾਸੇ ਸਾਡਾ ਜ਼ੋਰ ਨਹੀਂ। ਆਪਾਂ ਤਾਂ ਲੰਗਰ ਬਹੁਤ ਲਾ ਦਿੱਤੇ, ਜਿੱਥੇ ਕਦੇ ਵੀ ਲੋੜ ਪੈਂਦੀ ਬੜੇ ਵੱਡੇ ਲੰਗਰ ਲਾ ਦਿੱਤੇ, ਲਾਣੇ ਚਾਹੀਦੇ। ਪਰ ਇਹ ਵੀ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਸਾਧ ਸੰਗਤ, ਇਸ ਪਾਸੇ ਸਾਡਾ ਕੋਈ ਬਹੁਤਾ ਖਿਆਲ ਨਹੀਂ ਹੈ। ਤੋ ਮਹਾਰਾਜ ਕਹਿੰਦੇ ਚਾਕਰ ਤਾਂ ਹੀ ਪ੍ਰਵਾਨ ਹੋਵੇਗਾ। ਕੱਲ੍ਹ ਵੀ ਬੇਨਤੀ ਕੀਤੀ, ਆਪਾਂ ਸਾਰੇ ਚਾਕਰਾਂ ਗੁਰੂ ਦੇ ਸੇਵਕ ਹਾਂ। ਆਪਾਂ ਪਛਾਣੀਏ ਗੁਰੂ ਦੀ ਕੀ ਆਗਿਆ ਹੈ। ਗੁਰਬਾਣੀ ਵਿੱਚ ਜੋ ਹੈ ਉਹ ਦਾਸ ਦੀ ਸੇਵਾ ਕਥਾ ਦੀ। ਅਤੇ ਮੈਂ ਤੁਹਾਨੂੰ ਮਨ ਘੜਤ ਸਾਖੀਆਂ ਸੁਣਾਈ ਜਾਵਾਂ, ਗੁਰਬਾਣੀ ਦੀ ਅਸਲ ਜਿਹੜੇ ਮਾਇਨੇ ਅਰਥ ਨੇ ਉਹ ਛੁਪਾ ਲਵਾਂ, ਅਤੇ ਫਿਰ ਆਪਾਂ ਗੁਰੂ ਦੇ ਦੋਸ਼ੀ ਹੋ ਜਾਵਾਂਗੇ। ਕਿਉਂਕਿ ਗੁਰੂ ਪਾਤਸ਼ਾਹ ਜਿਹੜੀ ਵੀ ਆਪਾਂ ਨੂੰ ਸੇਵਾ ਦਿੱਤੀ ਕਿਸੇ ਨੂੰ ਵੀ,
ਉਹ ਆਪਣੀ ਸੇਵਾ ਨੂੰ ਪਛਾਣੇ ਵੀ ਮੈਨੂੰ ਗੁਰੂ ਨੇ ਇਸ ਪਾਸ ਲਾਇਆ ਹੈ, ਮੈਂ ਇਹਨੂੰ ਸੰਗਤ ਆਵੇ ਕਿਵੇਂ ਪਹੁੰਚਾਵਾਂ, ਸੰਗਤ ਤੱਕ, ਦੁਨੀਆ ਤੱਕ ਕਿਵੇਂ ਪਹੁੰਚਾਇਆ ਜਾਵੇ। तो महाराज फरमान कर रहे ने, चाकर लगे चाकरी, जे चले खसमै भाए, खसम की मर्जी अनुसार चले, फिर होवेगा कि हुरमत इसनों अगली ओ वजो पिदूणा खाए। हुरमत कहते ने इज्जत, उस सिख नूं फिर इज्जत मिलण लग जाती, जिहड़ा गुरु की आग्या विच आ जावे वो गुरु की कृपा वरतन लग जाती भी हाँ ये मेरी आग्या विच चल पिया है। कुदरती गल है, तुहाडे घर विच नौकर वधिया काम करदा, तुसीं अपने रिश्तेदारां नूं भी कहोगे बई ये साडा नौकर बहुत वधिया है। आंढ गुआंढ विच भी कहोगे तो आंढ गुआंढ वाले भी उसकी इज्जत करन लग जाणगे, सत्कार करन लग जाए। रिश्तेदार भी, भैन भाई भी, बंदा बहुत वधिया है, ये मालक कहंदे ने बंदा बहुत वधिया है। इस तरह जदों आपां गुरु की ड्यूटी करांगे तो गुरु का बख्शिया होया इत्थे भी सत्कार मिलता है, अगे भी सत्कार मिलता है। हुरमत इसनों अगली वो वजो पिदूणा खाए, वजोदार ते वजीफा एक्सट्रा जड़ी है पेमेंट मिल जानी। गुरु वालों होर बख्शिशां जिहड़ी इन्हें मंग भी नहीं कीती होंदी वो भी गुरु रहमतां करके दे दिंदा है। खसमै करे बराबरी विर गैर तंदर पाए, पर दूजे पासे करे कुछ ना, ड्यूटी अपनी करे ना तो खसम की मालक की सगों बराबरी करन लग जावे तो महाराज कहते फिर वो शर्मशार हुंदा है, उन्होंने शर्मिंदगी का मूँह वेखना पैंदा है। वजो गवाए अगला मूए मूँह पाना खाए, जिहड़ी पहलां वजो मिल रही तनख्वाह मिल रही सी वो भी गवा लैंदा ते मूँह ते जुत्तियां पैंदियां ने, क्यों जी गुरु की ड्यूटी सही नहीं की। महाराज कहते जिदा दिता खावना तिस कही ऐसा वास, जिस मालक का दिता होया खा रहा उसकी वडियाई करनी चाहिए, उसकी शोभा करनी चाहिए है। नानक हुक्म न चलई नाल खसम चलै अरदास, मालक दे अगे हुक्म नहीं चल सकता, मालक दे अगे बेनती ही अरदास ही चलती है। इस करके सदा अरदास बेनती उस मालक वाहिगुरु दे अगे करिए, सतगुरु कृपा करनी, अपने चरणों नाल जोड़ के रखना, समत बख्शनी। तो महाराज सच्चे पातशाह जी कहते जिहड़े इस तरह सेवक बन के सेवा करते हैं फिर उन्होंने गुरु की रहमत बख्शिश होंदी। सतगुरु मैं रहमत करन, होइयां भुल्लां दी खिमा जी। वाहिगुरू जी का खालसा, वाहिगुरू जी की फतेह।